वाहिगुरू जी। 17वीं अष्टपदी श्लोक 3 पदे हो चुके हैं, चौथा पद आरंभ हो जा रहा है। शब्द है अपने जन का पर्दा ढाके, अपने सेवक की सर पर राखे, अपने दास को दे बढ़ाई, अपने सेवक को नाम जपाई। ये शब्द आरंभ है। आओ आरंभ करिए। वाहिगुरू जी का खालसा, वाहिगुरू जी की फतेह। धन वाहिगुरू साहिब जी। जब लो नहीं भाग लीलारी उदय, तब लो भ्रमते फिरते बहुत आयो। कल घोर समुद्र में बूढ़त थे, कब हूँ मिट है नहीं रे पछतायो। तत विचार यह मथुरा, जग तारण को अवतार बनायो। जपियो जिन अर्जुन देव गुरु, फिर संकट जोन गर्भ न आयो। तू मेरो मेर पर्वत स्वामी, ओट गही मैं तेरी। ना तुम डुल हो ना हम गिरते, रख लीनी हर मेरी। ना हूँ जति सती नहीं पढ़िया, मूर्ख मुगदा जन्म पया। प्रणवत नानक तिनकी शरणा, जिन तू नाही बिसरिया। सतनाम वाहिगुरू साहिब जीओ। अपने जन का पर्दा ढाकै, अपने सेवक की सर पर रखै। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਤਸੰਗੀ ਜਨੋ, ਆਪ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਸ੍ਰੀ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅਗਮੀ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ 16 ਅਸ਼ਟਪਦੀਆਂ ਸੰਪੂਰਨ ਹੋਈਆਂ ਸਨ। 17ਵੀਂ ਅਸ਼ਟਪਦੀ 3 ਪਦੇ ਤੇ ਸ਼ਲੋਕ ਦੀ ਵਿਚਾਰ ਅਸੀਂ ਕੀਤੀ ਸੀ। ਸ਼ਲੋਕ ਚੇਤੇ ਰੱਖੀਏ ਜਦ ਅਸੀਂ ਅਸ਼ਟਪਦੀ ਦੀ ਵਿਚਾਰ ਕਰ ਰਹੇ ਹਾਂ, ਕਿਉਂਕਿ ਸ਼ਲੋਕ ਦਾ ਹੀ ਵਿਸਥਾਰ ਅਸ਼ਟਪਦੀ ਦੇ ਅੰਦਰ ਹੈ। ਆਦ ਸੱਚ ਜੁਗਾਦ ਸੱਚ ਹੈ, ਭੇ ਸੱਚ ਨਾਨਕ ਹੋਸੀ ਪੇ ਸੱਚ। ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਦੀ ਜਿਹੜੀ ਹੋਂਦ ਹੈ ਉਹ ਸਦਾ ਹੀ ਰਹਿਣ ਵਾਲੀ ਹੈ। ਅਸੀਂ ਮਨੁੱਖ ਇਹ ਸਾਰਾ ਦਿਸਦਾ ਪਸਾਰਾ ਇਹ ਸਭ ਫਨਾ ਹੋ ਜਾਏਗਾ, ਪਰ ਇੱਕੋ ਇੱਕ ਚੀਜ਼ ਹਰ ਜਸ ਰੇ ਮਨਾ ਗਾਇਲ ਹੈ। ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮੰਨ ਲੈ ਮੇਰੋ। ਜੋ ਆਪਣੀ ਚੀਜ਼ ਹੈ ਜੇ ਉਹਨੂੰ ਬੰਦਾ ਪਰਾਇਆ ਸਮਝੀ ਬੈਠੇ, ਫਿਰ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਕਹਿੰਦੇ ਗਰਦਬ ਪ੍ਰੀਤ ਭਸਮ ਸੰਗ ਹੋਏ। ਜਿਸ ਤਰ੍ਹਾਂ ਖੋਤੇ ਨੂੰ ਭਸਮ ਵਿੱਚ ਹੀ ਭਾਵ ਮਿੱਟੀ ਚਿੱਕੜ ਵਿੱਚ ਹੀ ਮੂੰਹ ਮਾਰਨਾ ਜਾਂ ਆਪਣੇ ਪਿੰਡੇ 'ਤੇ ਗੜੁੱਚ ਕਰਨਾ ਹੀ ਉਹਨੂੰ ਭਾਉਂਦਾ ਹੈ, ਇਸ ਤਰ੍ਹਾਂ ਜਿਹੜੀ ਵਸਤੂ ਸਦਾ ਰਹਿਣ ਵਾਲੀ ਹੈ, ਜਿਹੜੀ ਜੋ ਹੋਵਨ ਸੋ ਦੂਰ ਪਰਾਨੈ, ਜਿਹੜੀ ਹੋਣ ਵਾਲੀ ਹੈ ਜੇ ਉਸ ਤੋਂ ਤੂੰ ਪਰਹੇਜ਼ ਕਰਦਾ ਹੈ, ਫਿਰ ਮਹਾਰਾਜ ਜੀ ਕਹਿੰਦੇ ਇਹ ਸਿਆਣਪ ਨਹੀਂ। ਬਾਣੀ ਦੇ ਵਿੱਚ ਬੇਅੰਤ ਬਚਨ ਇਸ ਤਰ੍ਹਾਂ ਦੇ ਆਏ ਨੇ। ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਪਾਗੇ। ਜੋ ਰਹਿਣ ਵਾਲਾ ਉਹਨੂੰ ਜਪ। ਗਿਆਨ ਧਿਆਨ ਵਾਲੀ ਸਾਰੀ ਬਿਰਤੀ ਦੂਜੀ ਹੈ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਖੋਤਿਆਂ ਵਾਲੀ ਜੀਵਨ ਬਤੀਤ ਜੀਵਨ ਆਰਜਾ ਨਹੀਂ। ਜੀਵਨ ਆਰਜਾ ਉਹ ਹੋਏ ਜਿਹਦੇ ਅੰਦਰ ਸਬਰ ਹੋਏ, ਸੰਤੋਖ ਹੋਏ। ਕੋਈ ਮਾੜਾ ਵੀ ਬੋਲੇ ਤੇ ਤਾਂ ਵੀ ਸੰਤ ਵਾਲੀ ਜੀਵਨ ਜ਼ਿੰਦਗੀ ਬਤੀਤ ਕਰਨ ਦੀ ਜਾਚ ਆਉਂਦੀ ਹੋਏ। ਸਾਡੀ ਤਰ੍ਹਾਂ ਨਹੀਂ ਕਿ ਅਸੀਂ ਕਥਾ ਸੁਣਾ ਕੇ ਚਲੇ ਗਏ। ਬਾਣੀ
ਉਸੀ ਦਿਨ ਪ੍ਰਗਟ ਹੋਏਗੀ। ਬਾਣੀ ਦੀ ਪਰਿਭਾਸ਼ਾ ਉਸ ਦਿਨ ਹੋਏਗੀ ਜਿਸ ਦਿਨ ਸਾਡੇ ਜੀਵਨ ਵਿੱਚੋਂ ਇਹ ਪ੍ਰਗਟ ਹੋਏ। ਔਰ ਇਹਦੀ ਪਰਿਭਾਸ਼ਾ ਸਤਿਗੁਰੂ ਗੁਰੂ ਅਰਜਨ ਸਾਹਿਬ ਇਕੱਲੇ ਅੱਖਰਾਂ ਵਿੱਚ ਨਹੀਂ ਕਰ ਰਹੇ। ਇੱਕ ਇੱਕ ਪਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਜਿਹੜਾ ਆਪਣੇ ਜੀਵਨ ਵਿੱਚ ਕਮਾਉਂਦਾ ਹੈ, ਉਹਦੇ ਜੀਵਨ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਭਾਸ਼ਾ ਹੁੰਦੀ ਹੈ। 3 ਪਦੇ ਪੜ੍ਹੇ ਨੇ, ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ। ਅਸਲ ਬਾਣੀ ਦੀ ਪਰਿਭਾਸ਼ਾ ਉਹ ਹੈ ਜਿਹਦੇ ਮਨ ਵਿੱਚ ਪੂਜਾ ਹੈ, ਪਾਰ ਬ੍ਰਹਮ ਪਰਮੇਸ਼ਵਰ ਚੇਤਿਆ, ਉਹ ਸੇਵਾ ਹੈ, ਉਹਦੀ ਹੀ ਸੇਵਾ ਪ੍ਰਵਾਨ ਹੈ। ਅਗਲੇ ਪਦੇ ਦੇ ਵਿੱਚ ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ। ਕੱਲੀ ਕਥਾ ਕਰਨ ਵਾਲੇ ਥੋੜ੍ਹੀ ਪ੍ਰਵਾਨ ਹੋਣਗੇ, ਅਰਥ ਕਰਨ ਵਾਲੇ ਜਾਂ ਵਿਦਵਤਾ ਘੋਟਣ ਵਾਲੇ ਨਹੀਂ। ਉਹ ਪ੍ਰਵਾਨ ਹੋਣਗੇ ਜਿਨ੍ਹਾਂ ਨੇ ਕਰਨ ਕਰਾਵਨਹਾਰ ਵਾਹਿਗੁਰੂ ਨੂੰ, ਮੂਲ ਨੂੰ ਪਛਾਣ ਲਿਆ ਕਿ ਸਭ ਵਿੱਚ ਉਹੀ ਵਸ ਰਿਹਾ। ਚੰਗਾ ਵੀ ਉਹ ਹੈ, ਮੰਦਾ ਵੀ ਉਹ ਹੈ, ਦੁੱਖ ਵੀ ਉਹ ਹੈ ਅਤੇ ਸੁੱਖ ਵੀ ਉਹ ਹੈ, ਉਸਤਤ ਕਰਾਉਣ ਵਾਲਾ ਵੀ ਉਹ ਹੈ ਅਤੇ ਮਾੜੇ ਬਚਨ ਕਿਸੇ ਤੋਂ ਸਾਡੇ ਵਾਸਤੇ ਬੁਲਵਾਉਣ ਵਾਲਾ ਵੀ ਉਹ ਹੈ। ਅਤੇ ਜੇ ਕੋਈ ਆਮ ਬੰਦਾ ਮਾੜੇ ਬਚਨ ਸੁਣੇ, ਉਹ ਕਹੇਗਾ ਲੈ ਤੈਨੂੰ ਨਹੀਂ ਪਤਾ ਮੇਰੇ ਤੋਂ ਸਿਆਣਾ ਕੌਣ ਹੁੰਦਾ, ਤੂੰ ਕਿਵੇਂ ਬੋਲਦਾ ਮੈਨੂੰ। ਉਹ ਸੋਚੇਗਾ ਮੈਂ ਹੀ ਸਭ ਕੁਝ ਜਾਣਦਾ। ਪਰ ਜਿਹੜਾ ਸੇਵਦਾਰ ਹੈ, ਉਹਦਾ ਸੇਵਕ ਬਣ ਗਿਆ, ਉਹ ਹੱਥ ਜੋੜ ਕੇ ਕਹੇਗਾ ਭਲਿਆ ਮਨੁੱਖ, ਮੈਂ ਤੇਰਾ ਧੰਨਵਾਦ ਕਰਦਾ, ਤੂੰ ਮੈਨੂੰ ਮੇਰੇ ਨਾਲ ਮਿਲਵਾ ਦਿੱਤਾ। ਸੱਚੀ ਮੁੱਚੀ ਇਹ ਔਗਣ ਮੇਰੇ ਅੰਦਰ ਹੋਏਗਾ ਜੇ ਤੂੰ ਮੈਨੂੰ ਕਿਹਾ। ਇਹ ਜਿਹੜਾ ਹੈ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਐਵੇਂ ਗਿਆਨ ਦੀ ਗੱਲ ਰੱਸਾ ਪਾ ਕੇ ਸਿਰਫ ਫੋਕੇ ਬਚਨ ਨਹੀਂ ਬੋਲਣੇ, ਉਹਨਾਂ ਦੇ ਅੰਦਰ ਤਤ ਗਿਆਨ ਪ੍ਰਗਟ ਹੋ ਗਿਆ। ਅਤੇ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ ਉਹਨਾਂ ਨੇ ਬਾਣੀ ਦੀ ਪਰਿਭਾਸ਼ਾ ਕਰਤੀ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ। ਬਸ ਮਨ ਦੇ ਅੰਦਰ ਬਾਣੀ, ਜਿਸ ਤਰ੍ਹਾਂ ਕੱਲ੍ਹ ਵੀ ਇਹ ਬੇਨਤੀ ਕੀਤੀ ਸੀ, ਕਾਗਜ਼ ਨੂੰ ਜਿੰਨਾ ਮਰਜ਼ੀ ਉਪਦੇਸ਼ ਦਿੰਦੇ ਰਹੋ ਕਿ ਤੂੰ ਡੁੱਬੀ ਨਾ, ਤੂੰ ਡੁੱਬੀ ਨਾ, ਤੂੰ ਗਲੀ ਨਾ, ਪਰ ਕਾਗਜ਼ ਨੇ ਗਲ ਜਾਣਾ ਜਿੰਨਾ ਚਿਰ ਤੱਕ ਕਾਗਜ਼ ਨੂੰ ਦੇਸੀ ਘਿਓ ਦੇ ਵਿੱਚ ਭਿਓ ਨਾ। ਦੇਸੀ ਘਿਓ ਦਾ ਸੰਗ ਮਿਲ ਗਿਆ, ਕਾਗਜ਼ ਦੇ ਰੋਮ ਰੋਮ ਰੇਸ਼ੇ ਰੇਸ਼ੇ ਵਿੱਚ ਵਸ ਜਾਏਗਾ ਦੇਸੀ ਘਿਓ, ਫਿਰ ਪਾਣੀ ਉਹਨੂੰ ਗਾਲ ਨਹੀਂ ਸਕੇਗਾ। ਇਵੇਂ ਜਿਹਦੇ ਮਨ ਵਿੱਚ ਗੁਰੂ ਦੇ ਸ਼ਬਦ ਦੀ ਪ੍ਰਤੀਤ ਹੋ ਗਈ, ਵਿਸ਼ਵਾਸ, ਪ੍ਰਤੀਤ ਦਾ ਮਤਲਬ ਹੈ ਵਿਸ਼ਵਾਸ, ਭਰੋਸਾ, ਖਸਮ ਦਾ ਭਰੋਸਾ, ਤੇਰਾ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਫਿਰ ਇਹ ਸਾਰੀ ਪਰਿਭਾਸ਼ਾ ਮਹਾਰਾਜ ਕਹਿੰਦੇ ਸੇਵਕ ਦੇ ਜੀਵਨ ਵਿੱਚੋਂ ਹੋ ਰਹੀ ਹੈ। ਉਹ ਸੰਤ ਬਣ ਗਿਆ, ਆਪਣੇ ਜਨ ਕਾ ਪਰਦਾ ਢਾਕੈ, ਅਤੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਭਗਤ ਨਾਮਦੇਵ ਜੀ ਨੇ ਕਿਹਾ ਸੀ ਮਰਨ ਤੋਂ ਬਾਅਦ ਮੈਨੂੰ ਨਹੀਂ ਮੁਕਤੀ ਚਾਹੀਦੀ, ਮੋਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਨਹੀਂ ਚਾਹੀਦੀ ਮੈਨੂੰ ਮੁਕਤੀ ਮਰਨ ਤੋਂ ਬਾਅਦ। ਜਿਉਂਦੇ ਜੀ ਪਾਰ ਬ੍ਰਹਮ ਪਰਮੇਸ਼ਵਰ ਮੇਰੇ ਰੋਮ ਰੋਮ ਵਿੱਚ ਵਸ ਜੇ, ਮੇਰੇ ਜੀਵਨ ਵਿੱਚੋਂ ਰੱਬ ਦੇ ਦੀਦਾਰ ਹੋਣ ਲੱਗ ਜਾਣ, ਕਰਤਾਰ ਦੇ ਦੀਦਾਰ ਹੋਣ ਲੱਗ ਜਾਣ, ਮੈਨੂੰ ਇਹੋ ਜਿਹਾ ਬਣਾ ਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਜਨ ਬਣ ਜਾਂਦਾ ਫਿਰ ਵਾਹਿਗੁਰੂ ਉਹਦੇ ਪਰਦੇ ਵੀ ਕੱਜਦਾ। ਪਰਦੇ ਕਿਵੇਂ ਕੱਜਦਾ? ਉਹਦੇ ਕੀਤੇ ਹੋਏ ਅਵਗੁਣਾਂ ਨੂੰ ਨਸ਼ਰ ਨਹੀਂ ਹੋਣ ਦਿੰਦਾ ਸੰਸਾਰ ਦੇ ਸਾਹਮਣੇ, ਉਹਦੇ ਕੀਤੇ ਹੋਏ ਅਵਗੁਣਾਂ ਨੂੰ ਢੱਕ ਲੈਂਦਾ। ਆਪਣੇ ਸੇਵਕ ਕੀ ਸਰ ਪਰ ਰਾਖੈ। ਸਰ ਪਰ ਦਾ ਮਤਲਬ ਹੈ 100%, 100%। ਸੇਵਕ ਜੇ ਡੁੱਬਣ ਲੱਗਦਾ ਤੇ ਡੁੱਬਦਿਆਂ ਨੂੰ ਵੀ ਬਚਾ ਲਏਗਾ। ਇਸ ਕਰਕੇ ਤੇ ਭਗਤ ਜੀ ਨੇ ਨਾ, ਸਦਨਾ ਜੀ ਨੇ ਇਹੀ ਅਰਦਾਸ ਕੀਤੀ ਸੀ ਕਿ ਪ੍ਰਭੂ ਤੇਰਾ ਕੀ ਫਾਇਦਾ ਹੋਇਆ ਕਿ ਜੇ ਤੂੰ ਆਪਣੇ ਭਗਤ ਦੀ ਹੁਣ ਨਾ ਰੱਖੇ, ਮਰਨ ਤੋਂ ਬਾਅਦ ਕੀ ਹੈ? ਜਿਉਂਦੇ ਜੀ ਹੁਣ ਰੱਖ ਪੈਜ ਕਿ ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਪੇਖ ਤਾਰੀ, ਕਾਮਾਰਥੀ ਸਵਾਰਥੀ ਵਿਸਥਾਰ ਨਹੀਂ ਸਿਰਫ। ਤੋ ਗੁਣ ਕਾਹਾ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ, ਜੋ ਜੰਬੁਕ ਗ੍ਰਾਸੈ। ਕਿ ਤੂੰ ਸੇਵਕ ਦੀ ਰੱਖਦਾ, ਤੇਰਾ ਬਿਰਧ ਹੈ। ਅਤੇ ਪ੍ਰਭੂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੜਾ ਆਪਣੇ ਜੀਵਨ ਵਿੱਚ ਬਾਣੀ ਨੂੰ ਕਮਾਉਣ ਲੱਗ ਗਿਆ, ਜਿਹਨੇ ਇਸ ਅਵਸਥਾ ਨੂੰ, ਪੂਜਾ ਨੂੰ, ਭਾਵ ਰੋਮ ਰੋਮ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਰੱਬ ਪਰਵਰਦਿਗਾਰ ਵਾਹਿਗੁਰੂ ਆਪਣੇ ਸੇਵਕ ਦੀ 100%, ਸਰਪਰ ਦਾ ਮਤਲਬ ਹੈ 100% ਕੁਝ ਹੋ ਜਾਏ ਕਿ ਰੱਬ ਉਸ ਸੇਵਕ ਦੀ ਰੱਖਦਾ ਹੀ ਰੱਖਦਾ ਹੈ ਜੀ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਰੱਬ ਆਪਣੇ ਦਾਸ ਨੂੰ ਜਿਹੜਾ ਦਾਸਤ ਬਣ ਜਾਏ, ਦਾਸ਼ਤ ਹੋ ਜਾਏ, ਆਪਣਾ ਆਪ ਤਿਆਗ ਦੇ। ਮੈਂ ਨਾਹੀਂ ਕਛਉ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਵਿਕਿਆ ਹੋਇਆ ਹੀ ਦਾਸਤ ਹੁੰਦਾ। ਆਪਣੇ ਦਾਸ ਕੋ ਦੇ ਵਡਾਈ, ਵਡਾਈ ਮਿਲਦੀ ਹੈ ਜੀ ਪ੍ਰਭੂ ਦੇ ਦਰ ਤੇ ਦਾਸ ਨੂੰ। ਆਪਣੇ ਸੇਵਕ ਕੋ ਨਾਮ ਜਪਾਈ,
ਪਾਰ ਬ੍ਰਹਮ ਪਰਮੇਸ਼ਵਰ ਫਿਰ ਇਸ ਕਰਕੇ ਭਗਤਾਂ ਨੇ ਕਿਹਾ ਸੀ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਕਿ ਪ੍ਰਭੂ ਤੂੰ ਹੀ ਮੈਨੂੰ ਚੇਤੇ ਆ ਜਾ, ਬਸ ਤੂੰ ਵਿਸਾਰੀ ਨਾ ਮੈਨੂੰ। ਦਿਨ ਦੇ ਵਿੱਚ ਮੈਨੂੰ ਹੋਰ ਕੋਈ ਪ੍ਰੀਤ ਨਹੀਂ ਚਾਹੀਦੀ, ਇੱਕੋ ਪ੍ਰੀਤ ਚਾਹੀਦੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਇਹ ਹੈ ਆਪਣੇ ਸੇਵਕ ਕੋ ਨਾਮ ਜਪਾਈ। ਜੇ ਰੱਬ ਜੇ ਤੂੰ ਹੀ ਨਾ ਮੈਨੂੰ ਭੁਲਾਉਣਾ ਚਾਹੇ ਨਾ, ਫਿਰ ਕੋਈ ਐਸੀ ਤਾਕਤ ਨਹੀਂ ਹੈ ਜਿਹੜੀ ਮੈਨੂੰ ਤੇਰੇ ਤੋਂ ਤੋੜ ਕੇ ਰੱਖ ਦੇ। ਸਿਰਫ ਇੱਕ ਤੂੰ ਹੀ ਤਾਕਤ ਹੈ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਉ ਤੋਰ ਕਵਨ ਸੰਗ ਜੋਰੈ। ਕਿਹਦੇ ਨਾਲ ਮੈਂ, ਕਿਹੜੇ ਅਵਰ ਨਾਲ, ਕਿਹਦੇ ਦੂਜੇ ਨਾਲ ਜੋੜਾਂ। ਸਭ ਮਹਾਰਾਜ ਜੀ ਕਹਿੰਦੇ ਇਸ ਦੁਨੀਆ ਦੇ ਵਿੱਚ ਫਨਾ ਹੋਣ ਵਾਲਾ ਹੈ, ਇੱਕ ਤੂੰ ਹੈ ਤੇ ਇੱਕ ਸੇਵਕ ਹੈ। ਸੇਵਕ ਤੇ ਠਾਕੁਰ, ਸੇਵਕ ਠਾਕੁਰ ਸਭ ਤੂੰ ਹੈ। ਗੁਰਮਤੀ ਹਰ ਚੰਗ ਚੰਗਣਾ, ਆਪਣੇ ਸੇਵਕ ਨੂੰ ਉਹ ਨਾਮ ਵੀ ਜਪਾਉਂਦਾ ਹੈ ਜੀ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਕੀ ਗਤ ਮਿਤ ਕੋਏ ਨਾ ਲਾਖੈ। ਆਪਣੇ ਸੇਵਕ ਦੀ ਪਤ ਰੱਖਦਾ ਹੈ। ਬੜੇ ਸੇਵਕਾਂ ਦਾ ਜ਼ਿਕਰ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ, ਖਾਸ ਕਰਕੇ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 'ਚ ਨਾ ਸਿਰਫ 4 ਜਾਂ 5 ਲਫ਼ਜ਼ ਹੀ ਅਰਬੀ ਫਾਰਸੀ ਦੇ ਨੇ, ਹੋਰ ਸਾਰੀ ਬਾਣੀ ਹਿੰਦਵੀ 'ਚ ਹੈ, ਬ੍ਰਿਜ ਭਾਸ਼ਾ ਦੇ ਵਿੱਚ ਹੈ, ਸਾਰੀ ਬਾਣੀ ਜਾਂ ਪੰਜਾਬੀ 'ਚ ਹੈ। ਕਿਉਂ ਨਹੀਂ ਹੈ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਵਿੱਚ ਵਿਚਰ ਰਹੇ ਨੇ। ਕਿਉਂਕਿ ਗੁਰੂ ਸਾਹਿਬ ਪੂਰਬ ਦੀ ਯਾਤਰਾ ਵਿੱਚ ਗਏ ਨੇ, ਅਸਾਮ ਵਾਲੇ ਪਾਸੇ ਗਏ ਨੇ, ਉੱਥੇ ਸਾਰੇ ਹਿੰਦਵੀ ਬੋਲਣ ਵਾਲੇ ਨੇ। ਗੁਰੂ ਸਾਹਿਬ ਪਟਨੇ ਬਿਹਾਰ ਰਹੇ ਨੇ, ਉੱਥੇ ਵੀ ਹਿੰਦੀ ਬੋਲਣ ਵਾਲੇ ਨੇ। ਅਤੇ ਉਹਨਾਂ ਲੋਕਾਂ ਦੀ ਜਿਹੜੀ ਵਿਸ਼ਵਾਸ ਪ੍ਰਤੀਤੀ ਹੈ ਆਪਣੇ ਹੀ ਗਿਆਨ ਧਿਆਨ ਦੇ ਵਿੱਚ ਹੈ। ਉਹ ਲੋਕ ਅਜਾਮਲ ਦੀ ਸਾਖੀਆਂ ਸੁਣਦੇ ਸਨ, ਗਾਉਂਦੇ ਸਨ। ਦ੍ਰੋਪਦੀ ਉਹਨਾਂ ਨੂੰ ਪਤਾ ਸੀ, ਉਹ ਪੰਚਾਲੀ ਬਾਰੇ ਜਾਣਦੇ ਸਨ, ਉਹ ਗਨਕਾ ਦਾ ਪ੍ਰਸੰਗ ਉਹਨਾਂ ਨੂੰ ਕੰਠ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹੀ ਪ੍ਰਸੰਗ ਵਰਤ ਕੇ ਉਹਨਾਂ ਨੂੰ ਕਰਤਾਰ ਚੇਤੇ ਕਰਾਇਆ ਕਿ ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਏ ਨਿਸਤਾਰਾ। ਇਹ ਹੈ ਕਿ ਪਤ ਰੱਖਣ ਵਾਲਾ ਹੈ। ਅਜਾਮਲ ਦੀ ਰੱਖੀ, ਗਨਕਾ ਦੀ ਰੱਖੀ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਪੰਚਾਲੀ ਨੂੰ, ਦ੍ਰੋਪਦੀ ਨੂੰ ਇਹ ਪਤਾ ਸੀ ਮੇਰੇ 5 ਪਤੀ ਨੇ, ਮੈਨੂੰ 5 ਪਤੀ ਬਚਾਉਣਗੇ, ਯੁਧਿਸ਼ਟਰ ਵਰਗੇ ਸਾਰੇ। ਪਰ ਦੁਰਸ਼ਾਸਨ ਨੇ ਭਰੀ ਸਭਾ ਦੇ ਵਿੱਚ ਜਦ ਉਹਦੇ ਕੱਪੜੇ ਉਤਾਰਨੇ ਚਾਹੇ ਤੇ ਕੋਈ ਨਹੀਂ ਕੁਸਕਿਆ। ਉਹਨੂੰ ਇਹ ਵਿਸ਼ਵਾਸ ਸੀ ਕਿ ਇਹੀ ਕਰਨਗੇ ਦੁਨੀਆ। ਬਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹੀ ਗੱਲ ਸੀ ਕਿ ਬੰਦਿਆ ਇਹ ਗੱਲ ਯਾਦ ਰੱਖ, ਜਿਸ ਸੰਸਾਰ ਦੇ ਉੱਤੇ ਮਾਣ ਕਰੀ ਬੈਠਾ ਹੈ ਨਾ, ਸੰਸਾਰ ਦੇ ਅੰਦਰ ਦਾ ਫਿਰਨ ਲੱਗਿਆਂ ਖਿੰਨ ਨਹੀਂ ਲੱਗਦਾ। ਕਿ ਉਹ ਜਿਨ੍ਹਾਂ ਦੀ ਪਤਨੀ ਸੀ ਉਹਦੇ ਪਤੀ ਨਹੀਂ ਉੱਠੇ, ਪਰ ਉਹਨੇ ਕਰਤਾਰ ਚੇਤੇ ਕੀਤਾ ਤੇ ਰੱਬ ਉਹਨੂੰ ਬਚਾਉਣ ਵਾਸਤੇ ਵੀ ਆਇਆ। ਆਪਣੇ ਸੇਵਕ ਕੀ ਆਪ ਪਤ ਰੱਖੈ, ਇੱਜ਼ਤ ਰੱਖਦਾ। ਕਿਉਂ? ਕਿਉਂਕਿ ਦ੍ਰੋਪਦੀ ਨੇ ਕਦੀ ਚੰਗਾ ਕਰਮ ਕੀਤਾ ਸੀ। ਇੱਕ ਸਾਧ ਨਹਾਉਂਦਾ ਸੀ ਤੇ ਉਹਦੀ ਜਿਹੜੀ ਕੁਪੀਨ ਸੀ ਕੋਈ ਚੱਕ ਕੇ ਲੈ ਗਿਆ। ਫਿਰ ਦ੍ਰੋਪਦੀ ਨੇ ਆਪਣੀ ਕੱਪੜੇ ਦਾ ਪੱਲਾ ਫਾੜ ਕੇ ਤੇ ਉਸ ਸਾਧ ਵੱਲ ਰੋੜ ਦਿੱਤਾ ਸੀ ਤੇ ਉਹਦਾ ਟੰਨ ਢੱਕਿਆ ਸੀ, ਉਹਨੂੰ ਅਸੀਸ ਮਿਲੀ ਸੀ। ਇਹਦਾ ਮਤਲਬ ਸੇਵਕ ਉਹ ਹੁੰਦਾ ਹੈ ਜਿਹਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨ ਦੀ ਇੱਛਾ ਪੈਦਾ ਹੋ ਜਾਏ। ਤੇ ਜਿਹਦੇ ਅੰਦਰ ਇੱਛਾ ਪੈਦਾ ਹੋ ਗਈ, ਦਇਆ ਆ ਗਈ, ਫਿਰ ਉਹ ਸੇਵਕ ਹੈ, ਉਹਦੀ ਪਤ ਵਾਹਿਗੁਰੂ ਰੱਖਦਾ ਹੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ। ਗਤ ਦਾ ਮਤਲਬ ਹੈ ਗਿਣਤੀ, ਮਿਤ ਦਾ ਮਤਲਬ ਹੈ ਮਰਿਆਦਾ, ਕਿ ਉਹ ਕਿੱਡਾ ਵੱਡਾ ਹੈ, ਉਹਦੀ ਮਰਿਆਦਾ, ਉਹਦੀ ਸੀਮਾ ਬਾਬਤ ਕੋਈ ਕੁਝ ਨਹੀਂ ਕਹਿ ਸਕਦਾ ਜੀ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚਤੇ ਊਚੇ। ਸੇਵਕ ਤੱਕ ਕੋਈ ਪਹੁੰਚ ਨਹੀਂ ਸਕਦਾ, ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਭਗਤ ਰਵਿਦਾਸ ਨੂੰ ਕਰੋੜਾਂ ਵਾਰੀ ਕਬੂਲ ਬੋਲੇ ਗਏ, ਲੱਖਾਂ ਵਾਰੀ ਵੀ ਨਹੀਂ, ਕਰੋੜਾਂ ਵਾਰੀ। ਜਿਸ ਰਸਤੇ ਤੋਂ ਲੰਘਦੇ ਸੀ ਨਾ, ਮੇਰੀ ਜਾਤ ਕੁੱਟ ਬਾਂਡਲਾ ਢੂਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ। ਆਪ ਕਹਿੰਦੇ ਹੈ ਨਿਤ ਹੈ ਬਨਾਰਸੀ ਆਸ ਪਾਸਾ ਦਾ ਮਤਲਬ ਬਨਾਰਸ ਦੀਆਂ ਗੱਲਾਂ ਦੇ ਵਿੱਚ, ਗਲੀਆਂ ਦੇ ਵਿੱਚ ਮੈਨੂੰ ਢੂਰ ਢਵੰਤਾ, ਪਸ਼ੂ ਢੋਣ ਵਾਲਾ ਚਮਾਰ ਆਖਦੇ ਸੀ ਲੋਕੀ। ਉਹੀ ਲੋਕ ਜਿਹੜੇ ਚਮਾਰ ਆਖਦੇ ਸੀ, ਅਬ ਬਿਪਰ ਪ੍ਰਧਾਨ ਤੇ ਕਰਹਿ ਡੰਡੌਤ, ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਉਹ ਹੁਣ ਡੰਡੇ ਵੱਤ ਮੇਰੀ ਕੁਟੀਆ ਦੇ ਬਾਹਰ ਮੱਥਾ ਟੇਕਦੇ ਨੇ। ਕਿਉਂ? ਉਹ ਕਹਿੰਦੇ ਨੇ ਅਸੀਂ ਰਵਿਦਾਸ ਜੀ ਦੀ ਬਰਾਬਰੀ ਕਦੀ ਨਹੀਂ ਕਰ ਸਕਦੇ, ਪਰ ਰਵਿਦਾਸ ਜੋ ਤੂੰ ਪ੍ਰਾਪਤ ਕਰ ਲਿਆ ਸਮੁੰਦਰ ਵਿੱਚੋਂ ਇੱਕ ਕਿਣਕਾ ਹੀ ਸਾਨੂੰ ਦੇ ਦਿਓ। ਇਹ ਵਾਲੀ ਅਵਸਥਾ ਕੋਈ ਪਹੁੰਚ ਨਹੀਂ ਸਕਦਾ, ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ।
ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ। ਇਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਕਰਦੇ, ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾ ਹੋ, ਏਵਡ ਊਚਾ ਹੋਵੈ ਕੋਈ। ਕੋਈ ਭਗਤ ਉਸ ਸੁਰਤ ਦਾ ਮਾਲਕ, ਉਸ ਸੁਰਤ ਦੀ ਅਵਸਥਾ ਦਾ ਮਾਲਕ ਹੋਏਗਾ, ਤਿਸ ਊਚੇ ਕੋ ਜਾਣੈ ਸੋਏ। ਭਗਤ ਰਵਿਦਾਸ ਜੀ ਨੇ ਕਿਹਾ ਸੀ, ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜਗ ਉੱਚੇ, ਚੜ ਕੇ ਦੇਖਿਆ ਤਾਂ ਘਰ ਘਰ ਏਹਾ ਅਗ। ਭਗਤ ਕਬੀਰ ਜੀ ਇਸ ਸੁਰਤ ਦੇ ਮਾਲਕ ਬਣੇ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਉਸ ਅਵਸਥਾ ਪ੍ਰਭ ਕੇ ਸੇਵਕ ਊਚ ਤੇ ਊਚੇ। ਉਹਨਾਂ ਦੀ ਸੁਰਤ ਊਚ ਤੇ ਊਚੇ ਕੀ ਹੁੰਦੀ ਹੈ? ਭਾਵ ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਵਿੱਚ ਹੈ, ਚਿੱਕੜ ਜਿੰਨਾ ਮਰਜ਼ੀ ਵੱਧ ਜਾਏ, ਕਮਲ ਦਾ ਫੁੱਲ ਕਦੀ ਨਹੀਂ ਡੁੱਬ ਸਕਦਾ, ਉਹ ਆਪਣੇ ਆਪ ਨੂੰ ਹੋਰ ਉੱਚਾ ਕਰ ਲੈਂਦਾ। ਇਵੇਂ ਹੀ ਦੁਨੀਆ ਦੇ ਵਿੱਚ ਦੁਨੀਆ ਦੇ ਦੁੱਖ ਸੁੱਖ ਜਿੰਨੇ ਮਰਜ਼ੀ ਵੱਧ ਜਾਣ, ਸਿੱਖੀ ਇਹ ਨਹੀਂ ਹੈ ਕਿ ਅਸੀਂ ਸੁੱਖ ਹੀ ਭੋਗਣ ਆਏ ਹਾਂ। ਸਿੱਖੀ ਇਹ ਨਹੀਂ ਹੈ ਕਿ ਅਸੀਂ ਐਸ਼ ਇਸ਼ਰਤ ਹੀ ਕਰਨ ਆਏ ਹਾਂ ਜੀ, ਬੱਲੇ ਬੱਲੇ ਹੀ ਹੁੰਦੀ ਹੈ ਸਿੱਖੀ। ਸਿੱਖੀ ਦੇ ਵਿੱਚ ਨਹੀਂ। ਸਿੱਖੀ ਦਾ ਮਤਲਬ ਹੈ ਦੁੱਖ ਸੁੱਖ ਸਮ ਕਰਕੇ ਜਾਣਨਾ। ਸਿੱਖੀ ਦਾ ਮਤਲਬ ਹੈ ਜਿੰਨਾ ਮਰਜ਼ੀ ਦੁਨਿਆਵੀ ਚਿੱਕੜ ਵੱਧ ਜਾਏ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸੁਰਤ ਉਨੀ ਉੱਚੀ ਕਰੀਏ। ਇਹ ਵਾਲੀ ਅਵਸਥਾ ਸੇਵਕ ਦੀ ਹੁੰਦੀ ਹੈ। ਇਹ ਪ੍ਰਭੂ ਦੇ ਸੇਵਕ ਦੀ ਪਰਿਭਾਸ਼ਾ ਹੈ ਜੀ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਪ੍ਰਭ ਦੇ ਭੱਬੇ ਨੂੰ ਸਿਹਾਰੀ ਹੈ। ਜੋ ਪ੍ਰਭੂ ਨੇ, ਇੱਥੇ ਪ੍ਰਭੂ ਨੇ ਭਾਵ ਪ੍ਰਭ ਦਾ ਮਤਲਬ ਹੈ ਪ੍ਰਭੂ ਜੀ ਨੇ। ਜਿਸ ਸੇਵਕ ਨੂੰ ਪ੍ਰਭੂ ਜੀ ਨੇ ਆਪ ਆਪਣੀ ਸੇਵਾ ਵਿੱਚ ਲਾ ਲਿਆ, ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂਕੁੰਠ ਮਾਨੈ। ਉਹਨੂੰ ਫਿਰ ਲੁਕਾ ਨਹੀਂ ਸਕਦਾ। ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਇਹ ਰਤਨ ਪ੍ਰਗਟ ਹੁੰਦਾ ਹੈ ਜਿਹਦੇ ਅੰਦਰ ਨਾਮ ਦੀ ਵਡਾਈ ਹੈ। ਉਹ ਵਡਿਆਈ ਰੱਬ ਆਪ ਹੀ ਆਪਣੇ ਸੇਵਕ ਦੇ ਵਿੱਚੋਂ ਪ੍ਰਗਟ ਕਰਦੇ ਨੇ ਜੀ। ਨਿੱਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਇਹ ਕੀੜ ਤੇ ਹਸਤੀ ਵਾਲੀ ਅਵਸਥਾ ਵਾਹਿਗੁਰੂ ਦੇ ਅੰਦਰ ਹੈ। ਵਾਹਿਗੁਰੂ ਕੀੜੀ ਵਿੱਚ ਤਾਕਤ ਦੇ ਕੇ ਹਸਤੀ ਨੂੰ ਮਰਵਾ ਸਕਦਾ ਹੈ। ਨਿੱਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਨਿੱਕੀ ਜੀ ਕੀੜੀ ਵਿੱਚ ਇੰਨੀ ਕਿ ਸੱਤਾ ਭਰ ਦਿੰਦਾ ਹੈ ਕਿ ਉਹ ਵੱਡੇ ਵੱਡੇ ਲਸ਼ਕਰ ਨੂੰ ਵੀ ਭਸਮ ਕਰ ਸਕਦੀ ਹੈ। ਵੈਸੇ ਸੰਪਰਦਾਇ ਟੀਕੇ ਵਿੱਚ ਇੱਕ ਗਾਥਾ ਹੈ। ਇੱਕ ਰਾਜਨ ਸੀ, ਉਹਦਾ ਕੀੜੀਆਂ ਨਾਲ ਬੜਾ ਪਿਆਰ ਸੀ। ਉਹ ਕੀੜੀਆਂ ਨੂੰ ਬੜਾ ਭੋਜਨ ਪਾਉਂਦਾ ਸੀ, ਸੇਵਾ ਕਰਦਾ ਸੀ, ਅਤੇ ਉਹਦਾ ਨਾਮ ਹੀ ਲੋਕਾਂ ਨੇ, ਪ੍ਰਜਾ ਨੇ ਕੀਟੀ ਰਾਜਾ ਰੱਖਤਾ। ਕੀੜੀ ਰਾਜਾ, ਬਈ ਇਹ ਕੀੜੀ ਰਾਜਾ ਹੈ। ਉਹਦੇ ਉੱਤੇ ਇੱਕ ਵਾਰੀ ਇੰਨੀ ਵਿਪਤਾ ਬਣ ਗਈ ਕਿ ਫੌਜਾਂ ਆ ਕੇ ਚੜ ਪਈਆਂ। ਬਹੁਤ ਫੌਜਾਂ ਆਈਆਂ ਅਤੇ ਰਾਤੀ ਪਹੁੰਚੀਆਂ ਉਹਦੇ ਹਮਲੇ 'ਚ। ਕਿਲੇ 'ਤੇ ਸਵੇਰੇ ਹਮਲਾ ਕਰਨਾ ਸੀ। ਕਹਿੰਦੇ ਜਿਹੜੀਆਂ ਕੀੜੀਆਂ ਨੂੰ ਉਹ ਬਹੁਤ ਸੇਵਾ ਕਰਦਾ ਸੀ, ਉਹਨਾਂ ਕੀੜੀਆਂ ਨੇ ਥੋੜ੍ਹੀ ਥੋੜ੍ਹੀ ਚੀਜ਼ ਜ਼ਹਿਰੀ ਆਪਣੇ ਮੂੰਹ 'ਚ ਲੈ ਕੇ ਅਤੇ ਰਾਤੀ ਜਿੱਥੇ ਸਾਰੇ ਉਹਦੇ ਸੈਨਿਕ ਸੁੱਤੇ ਸਨ ਨਾ, ਭਾਵ ਜਿਹੜੇ ਵਿਰੋਧੀ ਆਏ ਸਨ ਦੁਸ਼ਮਣ, ਉਹਨਾਂ ਦੇ ਨੱਕ 'ਤੇ ਜਾ ਕੇ ਸੁੰਘਾਈਆਂ। ਕਹਿੰਦੇ ਉਹ ਸੁੱਤੇ ਹੀ ਰਹਿ ਗਏ। ਇਹ ਵੈਸੇ ਸੰਪਰਦਾਇ ਗਾਥਾ ਚੱਲਦੀ ਹੈ ਸਿੱਖ ਸੁਣਾਉਣ ਵਾਸਤੇ ਕਿ ਬਈ ਰੱਬ ਵੈਸੇ ਜੇ ਬਾਣੀ ਵਿੱਚੋਂ ਦੇਖੀਏ, ਬਹੁ ਜਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸੈ। ਬਿਖਮ ਥਾਨ ਬਸੰਤ ਊਚੈ, ਨਹਿ ਸਿਮਰਨ ਮਰਨ ਕਦਾਂਚਤ ਹੈ। ਹੁਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ ਤੇ। ਜਿਹੜਾ ਬੰਦਾ ਕਹਿੰਦਾ ਮੈਨੂੰ ਕੋਈ ਨਹੀਂ ਮਾਰ ਸਕਦਾ, ਮੇਰੇ ਅੱਗੇ ਪਿੱਛੇ ਸਾਰੇ ਪਾਸੇ ਫੌਜਾਂ ਨੇ, ਮੇਰੇ ਸਾਰੇ ਪਿੱਛੇ ਸਿਕਿਉਰਿਟੀ ਗਾਰਡ, ਮੈਂ 7 ਪਰਤਾਂ 'ਚ ਰਹਿਣਾ, ਉੱਥੇ ਰਹਿਣਾ ਜਿੱਥੇ ਕੋਈ ਪੰਛੀ ਵੀ ਖੰਭ ਨਹੀਂ ਮਾਰ ਸਕਦਾ। ਗੁਰੂ ਅਰਜਨ ਸਾਹਿਬ ਕਹਿੰਦੇ ਰੱਬ ਦੀ ਕਲਾ ਤੋਂ ਬਚ। ਜੇ ਤੈਨੂੰ ਮਰਨਾ ਵਿਸਰ ਗਿਆ, ਰੱਬ ਚਾਹੇ ਜਿੰਨਾ ਮਰਜ਼ੀ ਤਾਕਤਵਰ ਹੋ ਜਾਏ, ਇੱਕ ਕੀਂਟੀ ਤੋਂ ਸਾਸ ਕਢਵਾ ਲੈਂਦਾ। ਨਾਨਕ ਇਹ ਕੀਂਟੀ ਸਾਸ ਅਕਰਖਤੇ ਦਾ ਮਤਲਬ ਅਕਰਖ 'ਤੇ ਖਿਚਵਾ ਲੈਂਦਾ। ਇਹਨੂੰ ਕਦੀ ਨਾ, ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜੋ ਸੁਨਾਓ ਸਮੁੰਦ ਮੈਂ ਕਿਆ ਜਾਨੋ ਕਿਆ ਹੋਏ। ਕਦੀ ਕੋਈ ਬੰਦਾ ਕੋਈ ਬਹੁਤ ਵੱਡਾ ਕਹੇ ਨਾ ਮੈਨੂੰ ਕੌਣ, ਬਸ ਨੀਕੀ ਕੀਰੀ ਮੈਂ ਕਲ ਰੱਖੈ। ਕਲ ਦਾ ਮਤਲਬ ਹੈ ਕਲਾ, ਕਲਾ ਦਾ ਮਤਲਬ ਹੈ ਤਾਕਤ। ਰੱਬ ਛੋਟੀ ਜੀ ਕੀੜੀ ਵਿੱਚ ਵੀ ਤਾਕਤ ਰੱਖ ਕੇ ਕਿੰਨਾ ਕੁਛ ਕਰਵਾ ਸਕਦਾ। ਭਸਮ ਕਰੈ ਲਸ਼ਕਰ ਕੋਟ ਲਾਖੈ। 40 ਸਿੰਘ 10 ਲੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜਾਤੇ। 40 ਮੁਕਤੇ ਬਣਾਤੇ ਜਿਨ੍ਹਾਂ ਨੇ ਖਿਦਰਾਣੇ ਦੀ ਢਾਬ 'ਚ ਹਜ਼ਾਰਾਂ ਦਾ ਸਾਹਮਣਾ ਕਰਨਾ ਹੈ। ਕਮਾਲ ਹੈ।
ਉਹ ਵਾਹਿਗੁਰੂ ਕਰਾਉਣ ਤੇ ਆਏ ਤੇ ਸਭ ਕੁਝ ਕਰਾ ਸਕਦਾ ਹੈ। ਲਸ਼ਕਰ ਦਾ ਮਤਲਬ ਹੈ ਪੂਰੀ ਫੌਜ ਨੂੰ, ਕਰੋੜਾਂ ਨੂੰ, ਕੋਟ ਦਾ ਮਤਲਬ ਕਰੋੜ, ਲੱਖ ਹੈ, ਲੱਖਾਂ ਕਰੋੜਾਂ ਨੂੰ ਭਸਮ ਕਰ ਸਕਦਾ ਰੱਬ ਇੱਕ ਕੀੜੀ ਵਿੱਚ ਆਪਣੀ ਤਾਕਤ ਦੇ ਕੇ ਜੀ। ਜਿਸਕਾ ਸਾਸ ਨ ਕਾਢਤ ਆਪ, ਤਾਕਉ ਰਾਖਤ ਦੇ ਕਰ ਹਾਥ। ਵਾਹਿਗੁਰੂ ਜੀ ਜੇ ਕੀੜੀ ਵਿੱਚ ਸੱਤਾ ਪਾ ਕੇ ਸਾਹ ਕੱਢ ਵੀ ਲੈਂਦੇ ਨੇ ਤੇ ਇੰਨੀ ਕੁ ਸੱਤਾ ਪਾ ਦਿੰਦੇ ਨੇ, ਜੇ ਵੱਡੇ ਤੋਂ ਵੱਡੇ ਕੋਈ ਆ ਜਾਣ ਤੇ ਫਿਰ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜ਼ਫਰਨਾਮੇ ਦਾ ਆਖਰੀ ਸ਼ੇਰ ਹੈ, 111ਵਾਂ ਸ਼ੇਰ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਿ ਗਰ ਦੁਸ਼ਮਣੀ ਗਰ ਆਜ਼ਾਰ ਆਵੁਰਦ, ਕਿ ਜੇ ਇੱਕ ਨਹੀਂ ਲੱਖਾਂ ਹਜ਼ਾਰਾਂ ਵੀ ਦੁਸ਼ਮਣ ਚੜ ਕੇ ਕਿਸੇ ਦੇ ਉੱਤੇ ਆ ਜਾਣ, ਨਾ ਯਕ ਮੂਆ ਊਰਾ ਆਜ਼ਾਰ ਆਵੁਰਦ, ਜੇ ਰੱਬ ਉਹਦੇ ਵਾਲੇ ਪਾਸੇ ਹੈ ਨਾ, ਫਿਰ ਲੱਖਾਂ ਵੀ ਫੌਜਾਂ ਆ ਕੇ ਉਹਦਾ ਮੂੰਹ ਕਹਿੰਦੇ ਵਾਲ, ਇੱਕ ਵਾਲ ਵੀ ਵਿੰਗਾ ਕਰਕੇ ਨਹੀਂ ਲਿਜਾ ਸਕਦੀਆਂ। ਕਹਿੰਦੇ ਖਸਮ ਦੁਸ਼ਮਣੀ ਗਰ ਹਜ਼ਾਰ ਆਵੁਰਦ, ਆਖਰੀ ਸ਼ੇਰ ਜ਼ਫਰਨਾਮਾ 111। ਜੇ ਕੋਈ ਦੁਸ਼ਮਣੀ ਕਰਕੇ ਹਜ਼ਾਰਾਂ ਲੱਖਾਂ ਦੀ ਫੌਜਾਂ ਵੀ ਚੜ ਕੇ ਆ ਜਾਣ, ਨਾ ਯਕ ਮੂਰਾ, ਮੂੰਹ ਕਹਿੰਦੇ ਵਾਲ, ਊਰਾ ਆਜ਼ਾਰ ਆਵੁਰਦ, ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿਸ ਕਾ ਸਾਸ ਨਾ ਕਾਢਤ ਆਪ, ਜਿਹਦਾ ਸਾਹ ਰੱਬ ਨੇ ਪਾਇਆ ਨਾ ਪਿੰਡੇ ਵਿੱਚ, ਬੰਦਾ ਕਹੇ ਨਹੀਂ ਜੀ ਹੁਣ ਕੁਝ ਨਹੀਂ ਹੋ ਸਕਦਾ, ਲੱਖ ਕੋਸ਼ਿਸ਼ਾਂ ਵੀ ਕਰ ਲਈਆਂ, ਜੇ ਰੱਬ ਚਾਹੇ ਨਹੀਂ ਇਹਨੂੰ ਜਿੰਦਾ ਰੱਖਣਾ, ਇਹਦਾ ਸਾਹ ਕੋਈ ਨਹੀਂ ਕੱਢ ਸਕਦਾ। ਤਾਕੋ ਰਾਖਤ ਦੇ ਕਰ ਹਾਥ, ਉਹ ਫਿਰ ਹੱਥ ਦੇ ਕੇ ਵਾਹਿਗੁਰੂ ਰੱਖਦਾ ਹੈ। ਇਹ ਵਾਹਿਗੁਰੂ ਜੀ ਦੀ ਤਾਕਤ ਦੋਨੋਂ ਹੈ, ਮਾਰਨ ਵਾਲੇ ਵੀ ਉਹ ਨੇ ਤੇ ਰੱਖਣ ਵਾਲੇ ਵੀ ਉਹ ਨੇ ਜੀ। ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ। ਮਨੁੱਖ ਭਾਵੇਂ 100 ਵਾਰੀ ਛਾਲਾ ਮਾਰ ਲੇ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ। ਇਹ ਮਾਨਸ ਜਤਨ ਕਰਤ ਬਹੁ ਭਾਂਤ, ਮਨੁੱਖ ਬੜੇ ਤਰ੍ਹਾਂ ਦੇ ਤਰੀਕੇ ਵਰਤਦਾ ਹੈ। ਤਿਸ ਤੇ ਕਰਤਬ ਬਿਰਥੇ ਜਾਤ, ਜੇ ਰੱਬ ਨੇ ਹੁਕਮ ਕਰਤਾ ਨਾ ਇਹਨੂੰ ਮਾਰਨਾ, ਫਿਰ ਮਨੁੱਖ ਦੇ ਸਾਰੇ ਕਰਤਬ ਬਿਰਥੇ ਹੋ ਜਾਂਦੇ। ਤੇ ਜੇ ਬੰਦਾ ਚਾਹੇ ਮੈਂ ਮਾਰਨਾ, ਰੱਬ ਕਹਿੰਦਾ ਤੂੰ ਮਾਰ ਨਹੀਂ ਸਕਦਾ, ਤਾਂ ਵੀ ਬੰਦੇ ਦੇ ਸਾਰੇ ਕਰਤਬ ਬਿਰਥੇ ਹੋ ਜਾਂਦੇ। ਕਿਉਂਕਿ ਜਿੱਥੇ ਰੱਬ ਦੀ ਕਲਾ ਹੈ, ਰੱਬ ਦਾ ਹੁਕਮ ਹੈ, ਇਹਨੂੰ ਹੀ ਕਿਹਾ ਹੈ ਕਿ ਆਪਨ ਹਾਥ ਮਤਾਂਤ, ਆਖਰੀ ਫੈਸਲਾ ਵਾਹਿਗੁਰੂ ਦੇ ਹੱਥ 'ਤੇ ਹੈ। ਇਸ ਗੱਲ ਨੂੰ ਸੇਵਕ ਸਮਝਦੇ ਨੇ, ਇਸ ਬਾਣੇ ਨੂੰ, ਇਸ ਹੁਕਮ ਨੂੰ ਕੋਈ ਵਿਰਲਾ ਸਮਝਦਾ। ਜਿਹੜਾ ਸਮਝ ਜਾਂਦਾ ਹੈ ਉਹ ਪ੍ਰਭੂ ਦਾ ਸੇਵਕ, ਉਹ ਠਾਕੁਰ ਦਾ ਸੇਵਕ ਹੈ ਜੀ। ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਮਾਰੈ ਨਾ ਰਾਖੈ ਅਵਰ ਨਾ ਕੋਏ, ਨਾ ਉਹ ਮਾਰਨ ਵਾਲਾ ਹੈ ਕੋਈ, ਨਾ ਕੋਈ ਰੱਖਣ ਵਾਲਾ। ਰੱਖਣ ਵਾਲਾ ਤੇ ਮਾਰਨ ਵਾਲਾ, ਇਹ ਜਪੋ ਰਾਖਾ ਏਕ ਹਮਾਰਾ ਸੁਆਮੀ, ਇਹ ਹੈ ਰੱਖਣ ਵਾਲਾ, ਇਹ ਤਾਕਤ ਹੈ। ਸਗਲ ਘਟਾਕਾ ਅੰਤਰਜਾਮੀ, ਸਭ ਵੇਲੇ ਸਭ ਥਾਈ ਉਹ ਸਹਾਈ ਹੈ। ਮਾਰੈ ਨਾ ਰਾਖੈ ਅਵਰ ਨਾ ਕੋਈ, ਕੋਈ ਦੂਜਾ ਨਹੀਂ। ਸਰਬ ਜੀਆਂ ਕਾ ਰਾਖਾ ਸੋਏ, ਰਾਖਾ ਇੱਕੋ ਹੀ ਹੈ ਜੀ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਜਨਮ ਤੇ ਮਰਨ ਦੇ ਵਿੱਚ ਬੰਦੇ ਨੂੰ ਚਿੰਤਾ ਬੜੀ ਸਤਾਉਂਦੀ ਹੈ। ਇਹ ਸੋਚ ਵਾਲੀ ਨਹੀਂ ਹੈ, ਜਿਹਨੂੰ ਅਸੀਂ ਜਪ ਬਾਣੀ 'ਚ ਪੜ੍ਹਦੇ ਹਾਂ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਉਹ ਹੈ ਤਨ ਦੀ ਸੁਚਮਤਾ, ਜਿਹਨੂੰ ਮਹਾਰਾਜ ਜੀ ਕਹਿੰਦੇ ਹੈ ਕਿ 100 ਵਾਰੀ ਸੁਚਮਤਾ ਕਰ ਲਓ ਤੇ ਮਨ ਨਹੀਂ ਸੁੱਚਾ ਹੁੰਦਾ। ਪਰ ਇਹ ਸੋਚ ਹੈ ਮਨ ਦੇ ਖਿਆਲ, ਮਨ ਦੇ ਉਤਾਰ ਚੜਾਵ, ਜਿਹੜੇ ਮਰਨ ਤੇ ਜੀਵਨ ਦੇ ਨਾਲ ਬੰਦੇ ਨੂੰ ਚਿੰਤਿਤ ਕਰਦੇ ਨੇ। ਇਹ ਕਿਉਂ ਹੋਇਆ, ਇਵੇਂ ਨਹੀਂ ਹੋਣਾ ਚਾਹੀਦਾ ਸੀ। ਮਹਾਰਾਜ ਕਹਿੰਦੇ ਇਹ ਸੋਚ ਨੂੰ ਛੱਡ ਦੇ। ਕਾਹੇ ਸੋਚ ਕਰਹਿ ਰੇ ਪ੍ਰਾਣੀ, ਇਹ ਸੋਚ ਕਰਨ ਨਾਲ ਤੇਰਾ ਨਾ ਕੁਝ ਵਧਣਾ, ਨਾ ਕੁਝ ਤੇਰਾ ਭਲਾ ਹੋਣਾ। ਹਾਂ, ਇਹ ਸੋਚ ਕਰ ਕਰਕੇ ਤੂੰ ਆਪਣਾ ਸਮਾਂ ਵੀ ਬਿਰਥਾ ਗਵਾਏਂਗਾ, ਆਪਣੇ ਜੀਵਨ ਦੇ ਸਰਮਾਏ ਦੀ ਤਾਕਤ ਵੀ ਖਤਮ ਕਰੇਗਾ। ਇਸ ਸੋਚ, ਇਸ ਚਿੰਤਾ ਤੋਂ ਬਚ, ਕਿਉਂਕਿ ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਉਹਦਾ ਹੀ ਹੁਕਮ ਹੈ, ਇਸ ਹੁਕਮ ਨੂੰ ਸਮਝੀਏ। ਇਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜਪ ਨਾਨਕ ਪ੍ਰਭ ਅਲਖ ਵਿਡਾਣੀ, ਚਿੰਤਨ ਕਰੋ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਸ ਅਲਖ ਨਾ ਲਖੇ ਜਾਣ ਵਾਲੇ ਵਾਹਿਗੁਰੂ ਜੀ ਦੇ ਵਿਡਾਣੀ, ਜਿਹਦੀ ਅਸਚਰਜ ਕੁਦਰਤ ਹੈ। ਵਿਡਾਣੀ ਦਾ ਮਤਲਬ ਅਸਚਰਜ ਹੈ, ਜਿਹਦੇ ਹੁਕਮ ਨੂੰ ਕੋਈ ਨਹੀਂ ਸਮਝ ਸਕਿਆ, ਉਹਨੂੰ ਜਪੋ ਜੀ। ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ
मन तन तृपिय। बारंबार बार प्रभ जपिया, 3 वारी गुरु अर्जुन साहब ने कहा, बार बार ध्याओ ਉਹਨੂੰ, ਨਿਤ ਹੀ ਧਿਆਓ, ਸਦਾ ਹੀ ਧਿਆਓ। ਕਿਉਂ? ਅਸੀਂ ਭੁੱਲ ਜਾਂਦੇ ਹਾਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਅਸੀਂ ਬਾਰ ਭੁੱਲਦੇ ਹਾਂ। ਮਹਾਰਾਜ ਕਹਿੰਦੇ ਉਸ ਬਾਰ ਭੁੱਲਣ ਨੂੰ ਫਿਰ ਚੇਤੇ ਕਰਨ ਲਈ ਬਾਰ ਧਿਆਓ, ਜਪੋ। ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਹੋਰ ਜਿੰਨੇ ਮਰਜ਼ੀ ਤੂੰ ਗੱਲਾਂ ਬਾਤਾਂ ਕਰ ਲੈ ਸੰਸਾਰ ਦੀਆਂ, ਜਿੰਨੀ ਮਰਜ਼ੀ ਸੱਥਾਂ ਵਿੱਚ ਜਾ ਕੇ ਬਹਿ ਜਾ, ਨਿੰਦਾ ਚਿੰਦਾ ਕਰ ਲੈ, ਮੇਲ ਮਿਲਾਪ ਜਿੰਨਾ ਮਰਜ਼ੀ ਕਰ ਲੈ, ਤੇਰੇ ਮਨ ਨੂੰ ਤ੍ਰਪੀਆ ਦਾ ਮਤਲਬ ਪੂਰਨ ਤੌਰ 'ਤੇ ਰਜਾਉਣ ਵਾਲਾ, ਤੇਰੇ ਅੰਦਰ ਦੀ ਤੌਖਲੀ ਬਿਰਤੀ ਦੀ ਪਿਆਸ ਨੂੰ ਬੁਝਾਉਣ ਵਾਲਾ ਨਾਮ ਰੂਪੀ ਅੰਮ੍ਰਿਤ ਹੈ। ਇਹ ਰਸ ਦੀ ਪ੍ਰਾਪਤੀ ਕਰ। ਦੁਨੀਆ ਦੇ ਸਾਰੇ ਰਸ, ਸਭ ਰਸ ਫੋਕੇ ਨੇ। ਇਸ ਰਸ ਦੀ ਪ੍ਰਾਪਤੀ ਕਰੇਗਾ, ਤੇਰਾ ਮਨ ਟਿਕ ਜਾਏਗਾ, ਸ਼ਾਂਤ ਹੋ ਜਾਏਗਾ, ਬਿਲਕੁਲ ਸੀਤਲ ਟਿਕਾ ਦੇ ਨਾਲ। ਅਬਨਾਸ਼ੀ ਖੇਮ ਚਾਹੈ ਪ੍ਰਭ ਨਾਨਕ ਸਦਾ ਸਿਮਰ ਨਾਰਾਇਣ। ਉਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰ ਜੀ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਨਾਮ ਦਾ ਰਤਨ ਹਾਸਲ ਕਰ ਲਿਆ, ਇਹ ਨਾਮ ਦਾ ਰਤਨ ਬੜਾ ਵਿਰਲਿਆਂ ਨੂੰ ਮਿਲਦਾ ਹੈ। ਕਬੀਰ ਸਾਹਿਬ ਨੂੰ ਮਿਲ ਗਿਆ ਸੀ ਇਹ ਰਤਨ। ਇਸ ਕਰਕੇ ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੂਲਕ, ਛੂਟ ਗਈ ਸੰਸਾਰੀ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਇਹ ਸ਼ਬਦ ਰਤਨ ਹੈ, ਬੇਸ਼ਕੀਮਤੀ ਦਾਤ ਹੈ, ਗੁਰੂ ਰਾਹੀਂ ਪ੍ਰਾਪਤ ਹੁੰਦੇ। ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਜਿਹਨੂੰ ਨਾਮ ਦਾ ਰਸ ਚੇਤੇ ਆ ਗਿਆ, ਉਹਨੂੰ ਦੁਨੀਆ ਦੇ ਹੋਰ ਰਸ ਸਭ ਭੁੱਲ ਜਾਂਦੇ ਆ। ਹੋਰ ਕੁਝ ਦ੍ਰਿਸ਼ਟੀ ਨਹੀਂ ਆਉਂਦਾ, ਇੱਕੋ ਇੱਕ ਦ੍ਰਿਸ਼ਟੀ ਆਉਂਦਾ, ਮੈਂ ਸਭ ਕਿ ਛੋੜ ਪ੍ਰਭ ਤੂੰ ਹੀ ਧਿਆਇਆ। ਇਹ ਉਹਦੀ ਦ੍ਰਿਸ਼ਟ ਬਣ ਜਾਂਦੀ ਹੈ ਜੀ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਹੀ ਉਹਦਾ ਧਨ ਹੈ, ਨਾਮ ਨਾਲ ਹੀ ਉਹਦਾ ਵਣਜ ਹੈ, ਨਾਮ ਹੀ ਉਹਦਾ ਰੂਪ ਹੈ, ਨਾਮ ਹੀ ਰੰਗ ਹੈ। ਰੰਗਤ, ਰੂਪ, ਖੂਬਸੂਰਤੀ, ਸੁੰਦਰਤਾ, ਸੁਹੱਪਣ, ਸਹਿਜ, ਸੋਹਜ, ਅੰਦਰ ਦੀ ਸ਼ਾਂਤ ਅਵਸਥਾ, ਸਭ ਕੁਝ ਉਹਨੂੰ ਨਾਮ ਵਿੱਚੋਂ ਮਿਲ ਜਾਂਦੀ ਹੈ। ਨਾਮ ਹੀ ਉਹਦੇ ਜੀਵਨ ਦਾ ਆਧਾਰ ਹੈ। ਨਾਮੋ ਸੁਖ ਹਰ ਨਾਮ ਕਾ ਸੰਗ। ਸੁਖ ਹੀ ਨਾਮ ਵਿੱਚ ਹੈ ਭਾਈ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਨਾਮੋ ਸੁਖ ਹਰ ਨਾਮ ਕਾ ਸੰਗ। ਇੱਕੋ ਇੱਕ ਸੰਗ ਕਰੋ ਨਾਮ ਦਾ, ਇਹ ਸੰਗ ਸੁਖ ਦੇਣ ਵਾਲਾ ਹੈ ਜੀ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ। ਫਿਰ ਇੱਥੇ ਉਹਨਾਂ ਜਨਾਂ ਦਾ ਜ਼ਿਕਰ ਆ ਗਿਆ ਜਿਨ੍ਹਾਂ ਦਾ ਜੀਵਨ ਹੀ ਗੁਰਬਾਣੀ ਦੀ ਪਰਿਭਾਸ਼ਾ ਬਣ ਜਾਂਦਾ ਹੈ, ਜਿਨ੍ਹਾਂ ਨੂੰ ਬੋਲ ਕੇ ਗੁਰਬਾਣੀ ਦੀ, ਗੁਰੂ ਦੇ ਸ਼ਬਦ ਦੀ ਵਿਆਖਿਆ ਕਰਨ ਦੀ ਮੁਤਾਜਗੀ ਨਹੀਂ ਰਹਿੰਦੀ। ਉਹਨਾਂ ਦਾ ਮਨ ਬਿਲਕੁਲ ਨਾਮ ਵਿੱਚ ਸਮਾਇਆ ਗਿਆ, ਇੱਕ ਹੋ ਗਿਆ। ਇਹ ਹੈ ਨਾਮ ਰਸ ਜੋ ਜਨ ਤ੍ਰਿਪਤਾਨੇ। ਹਾਂ, ਤ੍ਰਿਪਤ ਤੇ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਹੁੰਦਾ ਨਾਮ ਦੇ ਵਿੱਚ, ਨਹੀਂ ਤੇ ਅਸੀਂ ਸਾਰੇ ਭੁੱਖੇ ਹਾਂ। ਸਾਰਿਆਂ ਨੂੰ ਰੋਗ ਹੈ ਭੁੱਖ ਦਾ, ਜੋ ਜੋ ਦਿਸੈ ਸੋ ਸੋ ਰੋਗੀ। ਸਭ ਦੇ ਅੰਦਰ ਭੁੱਖ ਹੈ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਬਿਨਾ ਸੰਤੋਖ ਨਹੀਂ ਕੋ ਰਾਜੈ। ਰਾਜ ਕਿਸੇ ਵਿਰਲੇ ਨੂੰ ਹੈ। ਨਾਮ ਰਸ ਜੋ ਜਨ ਤ੍ਰਿਪਤਾਨੇ, ਜਿਹੜੇ ਤ੍ਰਿਪਤ ਹੋਏ ਨੇ, ਠੀਕ ਹੈ ਜੀ, ਜਿਹੜੇ ਜਨ ਤ੍ਰਿਪਤ ਹੋਏ ਨੇ ਉਹਨਾਂ ਜਨਾਂ ਨੂੰ ਮਹਾਰਾਜ ਜੀ ਕਹਿੰਦੇ ਹੈ ਕਿ ਨਾਮ ਦੇ ਰਸ ਦੇ ਵਿੱਚ ਤ੍ਰਿਪਤ ਹੋ ਜਾਂਦੇ ਆ। ਰਸ ਦੇ ਵਿੱਚ ਤ੍ਰਿਪਤਾਨੇ ਰੱਜ ਜਾਂਦੇ ਨੇ। ਸ਼ੀਤਲ ਸ਼ਾਂਤ ਮਨ ਠਹਿਰ ਜਾਂਦਾ ਹੈ। ਮਨ ਤਨ ਨਾਮੈ ਨਾਮ ਸਮਾਣੇ। ਉਹਨਾਂ ਦਾ ਮਨ ਤੇ ਤਨ ਨਾਮ ਵਿੱਚ ਸਮਾਇਆ ਜਾਂਦਾ ਹੈ ਜੀ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹ ਅਵਸਥਾ ਬਹੁਤ ਮਹਿੰਗੀ ਅਵਸਥਾ ਹੈ ਭਾਈ, ਕਿ ਉਠਤ ਬੈਠਤ ਸੋਵਤ ਨਾਮ। ਜੇ ਤੁਰਦਾ ਹੈ ਗੁਰੂ ਕਾ ਸਿੱਖ ਤਾਂ ਵੀ ਗੁਰੂ ਗੁਰੂ ਜਪਦਾ, ਜੇ ਬਹਿੰਦਾ ਹੈ ਤੇ ਤਾਂ ਵੀ ਗੁਰੂ ਗੁਰੂ ਜਪਦਾ, ਜੇ ਪੈ ਗਿਆ ਸੌਂ ਗਿਆ, ਸੁਣਦੇ ਵਾਵਾ ਉਚਰੈ ਉੱਠਦੇ ਵੀ ਵਾਹ ਕਰੇ। ਉਠਤ ਬੈਠਤ ਸੋਵਤ ਨਾਮ, ਉਹਦਾ ਜੀਵਨ ਹੀ ਸਾਰਾ
ਸਾਰਾ ਉਹਦਾ ਵਿਰਤ ਵਿਵਹਾਰ ਦਿਨ ਰਾਤ ਬਾਣੀ ਦੇ ਵਿੱਚ ਹੈ। ਕਹੋ ਨਾਨਕ ਜਨ ਕੈ ਸਦ ਕਾਮ ਸਦਾ ਹੀ, ਜਿਹੜੇ ਕੰਮ ਭਾਵ ਨਾਲ ਨਿਭਣ ਵਾਲੀ ਜਿਹੜੀ ਚੀਜ਼ ਹੈ ਨਾ, ਜਨ ਨੂੰ ਇਹ ਪਤਾ ਲੱਗ ਗਈ ਬਈ ਬਾਣੀ ਤੋਂ ਬਿਨਾਂ, ਗੁਰੂ ਦੇ ਚੇਤੇ ਤੋਂ ਬਿਨਾਂ ਬਾਕੀ ਸਭ ਵਿਅਰਥ ਹੈ, ਫਨਾ ਹੋਣ ਵਾਲਾ ਹੈ। ਇੱਕ ਨਾਮ ਇਸ ਕਰਕੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ, ਇਹ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ ਆਖਰ ਬਿਫਤਮ ਕਸ਼ਨਾਦਾਰ ਚੂ ਸ਼ਬਦ ਤਕਬੀਰ। ਮਹਾਰਾਜ ਕਹਿੰਦੇ ਜਿਹੜਾ ਨਾਮ ਹੈ ਉਹੀ ਸਦਕਾਮ ਹੈ, ਜਨ ਦੇ ਨਾਲ ਨਿਭਣ ਵਾਲਾ ਹੈ ਜੀ। ਬੋਲੋ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਬੋਲੋ ਜਸ, ਜਸ ਕਹਿੰਦੇ ਹੈ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਯਸ। ਇਹ ਸੰਸਕ੍ਰਿਤ ਦਾ ਲਫ਼ਜ਼ ਯਸ਼ ਤੋਂ ਆਇਆ। ਯਸ਼ ਦਾ ਮਤਲਬ ਹੁੰਦਾ ਹੈ ਉਸਤਤੀ, ਕਿਸੇ ਦੀ ਯਸ਼, ਕਿਸੇ ਦੀ ਉਪਮਾ ਕਰਨੀ। ਇਸੀ ਯਸ਼ ਤੋਂ ਲਫ਼ਜ਼ ਜਸ ਬਣਿਆ, ਜਿਹਨੂੰ ਜਸ ਨੂੰ ਕਿਹਾ ਕਿ ਪ੍ਰਭੂ ਦਾ ਕੀਰਤਨ, ਆਰਾਧਨਾ, ਆਰਾਧਨੀਕਾ। ਕਹਿੰਦੇ ਕੀ ਕਰਨਾ ਹੈ? ਕਹਿੰਦੇ ਹਰ ਹਰ ਨਾਮ ਆਰਾਧਨਾ। ਇਹ ਕੰਮ ਕਰੋ ਭਾਈ, ਜੇ ਕੀਰਤਨ ਕਰਨਾ ਹੈ, ਧਿਆਉਣਾ ਹੈ ਤੇ ਪ੍ਰਭੂ ਦਾ। ਜਾਗਣਾ ਜਾਗਰਨੀਕਾ, ਹਰ ਕੀਰਤਨ ਮੈਂ ਹੈ ਜਾਗਣਾ। ਇਹ ਜਸ ਕਰੋ ਜਿਹਬਾ ਦਿਨ ਰਾਤ, ਦਿਨ ਰਾਤੀ ਪ੍ਰਭੂ। ਹੁਣ ਬੰਦਾ ਕਹੇ ਸਭ ਕੁਝ ਛੋੜ ਕੇ, ਨਹੀਂ, ਸਭ ਕੁਝ ਛੋੜ ਕੇ ਨਹੀਂ। ਨਾਮੇ ਨਾਮੇ ਮਾਇਆ ਮੋਇਆ, ਕਹਿ ਤਰਲੋਚਨ ਮੀਤ, ਕਾਹੇ ਛਿਪੈ ਛਾਇ ਲੋ। ਇੱਕ ਇਹ ਲਫ਼ਜ਼ ਕੀਤਾ ਨਾ, ਕਾਹੇ ਛਿਪੈ ਛਾਇ ਲੋ, ਰਾਮ ਨਾ ਲਾਵੋ ਚੀਤ। ਨਾਮਾ ਕਹਿ ਤਰਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕੰਮ ਸਾਰੇ ਹੋ ਰਹੇ ਨੇ। ਆਨੀ ਲੈ ਕਾਗਦ ਕਾਟੀ ਲੈ ਗੂਡੀ ਆਕਾਸ਼ ਮਧੇ, ਭਰਮੀ ਅਲੇ ਪੰਚ ਜਨਾਸਿਓ ਬਾਤ ਬਤਉਆ, ਚੀਤ ਸੋ ਡੋਰੀ ਰਾਖੀ ਅਲੇ। ਦਿਨ ਰਾਤ ਇਹ ਨਹੀਂ ਕਿ ਕੰਮ ਇਹੀ ਕਰ ਲਿਆ ਸਿਰਫ ਜੀ ਹੁਣ ਤੇ ਹੋਰ ਕੁਝ ਨਹੀਂ ਹੈ, ਨਹੀਂ, ਸਾਰੇ ਕਾਰਜ ਗੁਰੂ ਕਾ ਸਿੱਖ ਕਰੇਗਾ। ਪਰ ਦਿਨ ਰਾਤ ਉਹ ਜਸ ਆਪਣੀ ਸੁਰਤ ਗੁਰੂ ਦੇ ਜਸ ਵਿੱਚ ਰੱਖੇਗਾ। ਪ੍ਰਭ ਆਪਣੇ ਜਨ ਕੀਨੀ ਦਾਤ, ਇਹ ਦਾਤ ਵਾਹਿਗੁਰੂ ਜੀ ਤੋਂ ਹੀ ਆਪਣੇ ਜਨ ਦੀ ਝੋਲੀ ਪਈ ਹੈ ਜੀ। ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ। ਦੁਨਿਆਵੀ ਬੰਦਾ ਕਹੇਗਾ ਇਹ ਨਹੀਂ ਹੋ ਸਕਦਾ ਜੀ, ਦਿਨ ਰਾਤ ਸਿਮਰਨ ਤੇ ਹੋ ਹੀ ਨਹੀਂ ਸਕਦਾ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ, ਬੰਦਿਆ ਤੂੰ ਕੁਛ ਨਾ ਕੁਝ ਸੋਚ ਰਿਹਾ ਹੁੰਦਾ ਦਿਨ ਰਾਤ। ਜਦ ਕੰਮ ਕਰ ਰਿਹਾ ਹੁੰਦਾ ਤਾਂ ਵੀ ਤੇਰੀ ਸੋਚ ਕਿੱਥੇ ਹੋਰ ਹੁੰਦੀ ਹੈ। ਜਦ ਪਰਿਵਾਰ 'ਚ ਹੁੰਦਾ ਤਾਂ ਵੀ ਕੁਛ ਹੋਰ ਕਿੱਥੇ ਹੋਰ ਹੁੰਦੀ ਹੈ। ਜਦ ਤੂੰ ਬੰਦਗੀ ਇਬਾਦਤ ਵਾਲੇ ਥਾਂ 'ਤੇ ਹੁੰਦਾ ਨਾ, ਇਬਾਦਤ ਕਰਨ ਵਾਸਤੇ ਵੀ ਆਇਆ ਹੁੰਦਾ, ਕਹਿੰਦੇ ਤਾਂ ਵੀ ਤੇਰਾ ਮਨ ਕਿੱਥੇ ਹੋਰ ਹੁੰਦਾ। ਮਨ ਸਦਾ ਹੀ ਕਿੱਥੇ ਨਾ ਕਿੱਥੇ ਉਡਾਰੀ ਲਾਈ ਫਿਰਦਾ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਰਹਿ ਸੋ ਤੈਸੋ ਫਲ ਖਾਏ। ਜੇ ਮਨ ਹੋਰ ਪਾਸੇ ਲੱਗਿਆ ਹੋਇਆ, ਬਸ ਉਹਨੂੰ ਹਟਾ ਕੇ, ਉਹਨੂੰ ਉੱਥੋਂ ਤੋੜ ਕੇ ਗੁਰੂ ਦੀ ਬੰਦਗੀ ਵਿੱਚ ਲਾਉਣਾ। ਮਨ ਸਦਾ ਹੀ ਕਿਸੇ ਨਾ ਕਿਸੇ ਖਿਆਲ ਵਿੱਚ ਹੁੰਦਾ। ਉਸ ਖਿਆਲ ਨੂੰ ਤੋੜ ਕੇ ਕਰਹਿ ਭਗਤ। ਇੱਥੇ ਭਗਤੀ ਕਿਆ ਹੈ? ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਇਹ ਵਾਲੀ ਭਗਤੀ ਕਰ, ਆਤਮ ਕੈ ਚਾਹੇ, ਅੰਦਰ ਆਤਮਾ ਤੋਂ ਚਾਉ ਦੇ ਵਿੱਚ ਪ੍ਰਭੂ ਨੂੰ ਪ੍ਰੇਮ ਦੇ ਵਿੱਚ ਆਵਾਜ਼ ਮਾਰ। ਪ੍ਰਭ ਆਪਣੇ ਸਿਉ ਰਹਿ ਸਮਾਏ, ਸੁਰਤ ਸ਼ਬਦ ਵਿੱਚ ਸਮਾਈ ਹੈ। ਜਿਵੇਂ ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੁਗਾਗਰ ਰਾਖੀ ਅਲੇ। ਪੁਰਾਣੇ ਸਮੇਂ 'ਚ ਗਾਗਰਾਂ ਢੋ ਕੇ ਲਿਆਉਂਦੀਆਂ ਸਨ ਸਵਾਣੀਆਂ ਪਿੰਡ ਦੇ ਖੂਹ 'ਚੋਂ, ਅਤੇ ਜਦ ਪਾਣੀ ਭਰ ਕੇ ਵਾਪਸ ਆ ਰਹੀਆਂ ਹੁੰਦੀਆਂ ਸੀ, ਹੱਸਦੀਆਂ ਸੀ, ਖੇਡਦੀਆਂ ਸੀ, ਗੱਲਾਂ ਬਾਤਾਂ ਕਰਦੀਆਂ ਸੀ ਸਖੀਆਂ ਨਾਲ, ਪਰ ਗਾਗਰ ਵਿੱਚੋਂ ਪਾਣੀ ਨਹੀਂ ਡੁੱਲਣ ਦਿੰਦੀਆਂ ਸਨ। ਇਸ ਤਰ੍ਹਾਂ ਹਸਤ ਵਿਨੋਦ ਵਿਚਾਰ ਕਿ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਇਹ ਵਾਲਾ ਜਿਹੜਾ ਕੰਮ ਹੈ, ਪ੍ਰਭ ਆਪਣੇ ਸਿਉ ਰਹਿ ਸਮਾਏ, ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ ਜੀ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਜੋ ਹੋ ਗਿਆ, ਜੋ ਹੋਣਾ, ਉਹ ਹੋਣਾ ਹੀ ਸੀ। ਉਹਨੂੰ ਸਮਝ ਲੈ ਕਿ ਇਹ ਹੋਣਾ ਹੀ ਸੀ। ਜੋ ਹੋਆ ਹੋਵਤ ਸੋ ਜਾਣੈ, ਇਸ ਗੱਲ ਨੂੰ ਮਨ ਕਰਕੇ ਅਸੀਂ ਮੰਨ ਲਈਏ ਇਹੀ ਹੋਣਾ ਸੀ, ਇਹੀ ਹੋਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਇਹਨੂੰ ਹੀ ਹੋਣੀ ਕਹਿੰਦੇ ਆ ਕਿ ਇਹੀ ਹੋਣੀ ਆ ਉਸ ਕਰਤਾਰ ਦੀ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਕਾਲ ਤੇ ਸਭ ਤੇ ਆਉਣਾ ਭਾਈ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਪ੍ਰਭ ਆਪਣੇ ਕਾ ਹੁਕਮ ਪਛਾਨੈ, ਵਿਰਲਾ ਭਗਤ ਆਪਣੇ ਪ੍ਰਭੂ ਦੇ ਇਸ ਹੁਕਮ ਨੂੰ ਪਛਾਣਦਾ ਹੈ ਜੀ। ਇਸ ਕੀ ਮਹਿਮਾ ਕੌਣ ਬਖਾਨੋ,
तिसका गुण कहे एक ना जानो। ਕੌਣ ਵਖਿਆਨ ਕਰ ਸਕਦਾ ਵਾਹਿਗੁਰੂ ਜੀ ਦੀ ਮਹਿਮਾ? ਜਿੰਨੀ ਵਖਿਆਨ ਕਰੋਗੇ ਉਨਾ ਵਖਿਆਨ ਕਰਨ ਨੂੰ ਹਜੇ ਰਹਿ ਜਾਏਗਾ, ਜਿੰਨਾ ਹੋਰ ਵਖਿਆਨ ਕਰੋਗੇ ਉਨਾ ਵਿਖਿਆਨ ਕਰਨ ਨੂੰ ਹਜੇ ਹੋਰ ਮਨ ਕਰੇਗਾ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉਠੀ ਅਧਕਾਏ। ਹੋਰ ਹੋਰ ਜਪਣ ਦਾ, ਹੋਰ ਹੋਰ ਉਸ ਵਾਹਿਗੁਰੂ ਜੀ ਦੀ ਉਸਤਤ ਕਰਨ ਦਾ, ਕਿਉਂਕਿ ਉਸ ਵਖਿਆਨ ਦਾ ਅੰਤ ਨਹੀਂ ਹੈ। ਤਿਸਕਾ ਗੁਣ ਕਹਿ ਏਕ ਨਾ ਜਾਣੋ, ਕਰੋੜਾਂ ਵਾਰੀ ਬਿਆਨ ਕਰਕੇ ਵੀ ਇੱਕ ਗੁਣ ਨਹੀਂ ਜਾਣ ਸਕਦੇ ਉਸ ਵਾਹਿਗੁਰੂ ਦਾ। ਜਿਹਵਾ ਏਕ ਕਵਨ ਗੁਣ ਕਹੀਆ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ, ਅੰਤ ਨਾ ਕਿਨਹੀ ਲਈਐ। आठ पहर प्रभ बसहै हजूरे, कहो नानक सेई जन पूरे। ਅੱਠੇ ਪਹਿਰ ਜਿਹੜੇ ਪ੍ਰਭ ਬਸੈ ਹਜ਼ੂਰੇ। ਹੁਣ ਬਸੈ ਹਜ਼ੂਰੇ ਦਾ ਮਤਲਬ ਥੋੜੀ ਕਿ ਗੁਰਦੁਆਰੇ ਬੈਠੇ ਰਹਿੰਦੇ ਸਾਰਾ ਦਿਨ, ਭਾਵ ਗੁਰੂ ਨੂੰ ਅੰਗ ਸੰਗ ਸਮਝਦੇ ਨੇ। ਚੋਰ ਚੋਰੀ ਕਰਨ ਤੋਂ ਟਲ ਜਾਏ ਜੇ ਉਹ ਸਮਝੇਗਾ ਕਿ ਕਰਤਾਰ ਵਾਹਿਗੁਰੂ ਮੈਨੂੰ ਵੇਖ ਰਿਹਾ, ਮੇਰੇ ਅੰਗ ਸੰਗ ਹੈ। ਝੂਠ ਬੋਲਣ ਤੋਂ ਅਸੀਂ ਪਰਹੇਜ਼ ਕਰੀਏ, ਜਦ ਇਹ ਜਾਣਾਂਗੇ ਉਹ ਸੁਣ ਰਿਹਾ ਹੈ, ਸਤਿਗੁਰ ਜਾਗਦਾ ਹੈ ਦੇਹੋ। ਇਹ ਵਾਲੀ ਅਵਸਥਾ ਜਿਹਦੇ ਅੰਦਰ ਵਸ ਜਾਏ, ਕਹੋ ਨਾਨਕ ਸਹੀ ਜਨ ਪੂਰੇ, ਉਹ ਜਨ ਪੂਰੇ ਹੁੰਦੇ ਨੇ ਜੀ। ਇੱਕ ਪਦਾ ਰਹਿ ਗਿਆ, ਕਿਉਂਕਿ ਹੁਣ ਸਾਡੇ ਵਿੱਚ ਬੀਬੀ ਨਰਿੰਦਰ ਕੌਰ ਜੀ ਪਹੁੰਚ ਚੁੱਕੇ ਨੇ। ਕਿਉਂਕਿ ਜਿਹੜਾ ਇਹ ਸੱਚ ਹੈ ਮੇਲ ਮਿਲਾਏ ਦਾ ਸਮਾਗਮ ਜਿਹੜਾ ਹਰ ਸਾਲ ਹੁੰਦਾ ਹੈ ਗੁਰਦੁਆਰਾ ਰਕਾਬਗੰਜ ਸਾਹਿਬ, ਲੱਖੀ ਸ਼ਾਹ ਵਣਜਾਰਾ ਹਾਲ, ਕਿਉਂਕਿ ਗੁਰਬਾਣੀ ਵਿਰਸਾ ਸੰਭਾਲ ਸਤਸੰਗ ਟਕਸਾਲ ਵੱਲੋਂ ਖਾਸ ਕਰਕੇ ਜਿਹੜੇ ਵਿਆਹ ਤੋਂ ਪਹਿਲਾਂ, ਵਿਆਹ ਤੋਂ ਬਾਅਦ ਅੱਜ ਕੱਲ੍ਹ ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜੇ ਤਣਾਅ ਨੇ, ਸਾਡੇ ਰਿਸ਼ਤਿਆਂ ਦੇ ਵਿੱਚ ਅਡੋਲਤਾ ਨਹੀਂ ਹੈ, ਥਿੜਕਦੇ ਪਏ ਹਾਂ ਅਸੀਂ, ਬੱਚੇ ਤੇ ਬੱਚੀ, ਖਾਸ ਕਰਕੇ ਨੌਜਵਾਨ। ਸੇਵਾ ਸਿਮਰਨ ਦੀ, ਨਿਮਰਤਾ ਦੀ, ਸੰਤੋਖ ਦੀ, ਸਬਰ ਦੀ ਘਾਟ ਹੈ ਦੋਨੋਂ ਪਾਸਿਓਂ। ਉਹ ਭਾਵੇਂ ਪਰਿਵਾਰਕ ਹੋਏ, ਭਾਵੇਂ ਉਹ ਬੱਚਿਆਂ ਦੀ ਹੋਏ। ਉਸ ਗੱਲ ਨੂੰ ਸੁਹਿਰਦਤਾ ਦੇ ਨਾਲ ਸਮਝਣ ਦੀ, ਵਿਚਾਰ ਗੋਸ਼ਟ ਕਰਨ ਦੀ ਇਹ ਹਰ ਸਾਲ ਮੁਹਿੰਮ ਤੋਰੀ ਜਾਂਦੀ ਹੈ। ਬਹੁਤ ਸੁਹਿਰਦ ਸਮਾਗਮ ਕੀਤੇ ਜਾਂਦੇ ਨੇ। ਪਿਛਲੇ ਸਾਲ ਦਾਸ ਨੂੰ ਵੀ ਸੁਭਾਗ ਬਖਸ਼ਿਆ ਸੀ ਇਹਨਾਂ ਨੇ, ਦਾਸ ਨੇ ਵੀ ਹਾਜ਼ਰੀ ਭਰੀ ਸੀ ਰਕਾਬਗੰਜ ਸਾਹਿਬ। ਇਸ ਵਾਰੀ ਬਹੁਤ ਵਿਦਵਾਨ ਸੱਜਣ, ਪੰਥ ਦੀ ਮਾਇਨਾਜ਼ ਸ਼ਖਸੀਅਤਾਂ, ਪ੍ਰੋਫੈਸਰ ਮਨਜੀਤ ਸਿੰਘ ਜੀ ਸਿੰਘ ਸਾਹਿਬ, ਸੁਖਪ੍ਰੀਤ ਸਿੰਘ ਉਦੋਕੇ ਸਾਹਿਬ, ਹੋਰ ਭਾਈ ਸਰਬਜੀਤ ਸਿੰਘ ਜੀ, ਹੋਰ ਵਿਦਵਾਨ ਸੱਜਣ, ਅਤੇ ਆਪਣੇ ਜਿਹੜੀ ਬੀਬੀ ਨਰਿੰਦਰ ਕੌਰ ਜੀ ਨਹੀਂ ਬੀਬੀ ਡਾਕਟਰ ਹਰਸ਼ਿੰਦਰ ਕੌਰ ਜੀ ਆ ਰਹੇ ਨੇ। ਸੋ ਇਸ ਸਮਾਗਮ ਬਾਰੇ ਆਪ ਜੀ ਨੂੰ ਹੁਣ ਅਗਲੀ ਜਾਣਕਾਰੀ ਦਿੱਤੀ ਜਾਏਗੀ। 18 ਅਤੇ 19 ਫਰਵਰੀ ਇਹ ਲੱਖੀ ਸ਼ਾਹ ਵਣਜਾਰਾ ਹਾਲ ਹੋਏਗਾ ਜੀ। ਅਗਲੇ ਪਦੇ ਦੀ ਵਿਚਾਰ ਅਸੀਂ ਕੱਲ੍ਹ ਨੂੰ ਕਰਾਂਗੇ। ਭੈਣ ਜੀ ਹੋਰਾਂ ਨੂੰ ਜਿਉਂ ਆਇਆਂ ਨੂੰ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਡਾਕਟਰ ਮਨਪ੍ਰੀਤ ਜੀ ਨੇ ਆਪ ਨੂੰ ਦੱਸਿਆ ਹੀ ਹੈ, ਗੁਰਬਾਣੀ ਵਿਰਸਾ ਸੰਭਾਲ ਸੰਸਥਾ ਜੋ ਹੈ ਜੀ ਆਏ ਨਾ ਜੀ, ਵਾਹਿਗੁਰੂ ਅੱਜ ਆਪ ਸਾਰੇ ਕਹਿੰਦੇ ਆਣ ਵਸੇ ਸ਼ਰਮ ਵੀ ਆ ਰਹੀ ਹੈ ਕਿ ਅਗਰ ਡਾਇਵੋਰਸ ਦੇ ਕੇਸ ਕੋਰਟ ਵਿੱਚ ਦੇਖੇ ਜਾਣ ਤਾਂ ਮੋਰ ਦੈਨ 60% ਸਾਡੇ ਉਹਦਾ ਕਾਰਨ ਹੈ ਗੁਰਬਾਣੀ ਤੋਂ ਅਸੀਂ ਕਾਫੀ ਕਹਿ ਹੀ ਦਿੱਤਾ। ਮੈਂ ਵੱਧ ਗਈ ਹੈ, ਨਹੀਂ ਤੁਸੀਂ ਕਰੋ ਸੰਗਤ ਦੇ ਧੰਨਵਾਦ। ਠੀਕ ਹੈ ਜੀ। ਹਾਂਜੀ